हाँ जी स्टूडेंट्स, लास्ट टाइम तुसीं लुइस ਸਿੰਬਲਸ ਦੇ ਬਾਰੇ ਡਿਸਕਸ ਕੀਤਾ ਸੀ ਤੇ ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਕਲਾਸੀਫਿਕੇਸ਼ਨ ਆਫ ਕੈਮੀਕਲ ਬੌਂਡਸ। ਕਿਉਂਕਿ ਆਪਾਂ ਕੈਮੀਕਲ ਬੌਂਡ ਦੇ ਬਾਰੇ ਡਿਸਕਸ ਕੀਤਾ ਸੀ ਕਿ ਜੋ ਮੋਲੀਕਿਊਲਸ ਦੇ ਵਿਚਕਾਰ ਆਪਸ ਦੇ ਵਿੱਚ ਅਟਰੈਕਟਿਵ ਫੋਰਸ ਹੁੰਦੀ ਹੈ ਜਿਹੜੀ ਉਹਨਾਂ ਨੂੰ ਬੰਨ੍ਹ ਕੇ ਰੱਖਦੀ ਹੈ, ਉਸ ਨੂੰ ਕੈਮੀਕਲ ਬੌਂਡ ਕਿਹਾ ਜਾਂਦਾ ਹੈ। ਤੇ ਹੁਣ ਕੈਮੀਕਲ ਬੌਂਡਸ ਦੇ ਬਾਰੇ ਡਿਸਕਸ ਕਰਾਂਗੇ ਕਿੰਨੀ ਤਰ੍ਹਾਂ ਦੇ ਹੁੰਦੇ ਆ ਸਾਡੇ ਕੋਲ ਇਹ। ਸੋ ਲਿਖਿਆ ਹੋਇਆ the chemical bonds are of two types। normally ਜਿਹੜੇ chemical bond ਹੈ ਉਹ ਦੋ ਤਰ੍ਹਾਂ ਦੇ ਹੁੰਦੇ ਆ। ਨੰਬਰ 1 ionic bond। ਸੋ ਪਹਿਲਾਂ ਵੀ ਇਹਦੇ ਬਾਰੇ ਜ਼ਿਕਰ ਕੀਤਾ ਗਿਆ ਸੀ ionic bond ਦੇ ਬਾਰੇ ਕਿ ਜਦੋਂ ਕੋਈ ਇੱਕ ਐਲੀਮੈਂਟ ਕਿਸੇ ਦੂਜੇ ਐਲੀਮੈਂਟ ਨੂੰ ਆਪਣਾ ਜੋ ਇਲੈਕਟ੍ਰੋਨ ਹੈ ਉਹ ਕੰਪਲੀਟਲੀ ਟਰਾਂਸਫਰ ਕਰ ਦੇਵੇ, ਕੰਪਲੀਟਲੀ ਉਹਨੂੰ ਡੋਨੇਟ ਕਰ ਦੇਵੇ। ਸੋ ਉਸ ਸਮੇਂ ਫਿਰ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਬੌਂਡ ਬਣਦਾ ਹੈ ਉਸ ਨੂੰ ਆਇਨਿਕ ਬੌਂਡ ਦਾ ਨਾਮ ਦਿੱਤਾ ਜਾਂਦਾ ਹੈ। ਕਿਉਂਕਿ ਇੱਥੇ ਆਇਨਸ ਬਣਦੇ ਨੇ ਜਦੋਂ ਕੰਪਾਊਂਡ ਬਣਦਾ ਹੈ। ਇੱਕ ਐਲੀਮੈਂਟ ਨੇ ਕਿਸੇ ਦੂਜੇ ਨੂੰ ਇਲੈਕਟ੍ਰੋਨ ਦਿੱਤਾ, ਜਿਹਨੇ ਇਲੈਕਟ੍ਰੋਨ ਡੋਨੇਟ ਕੀਤਾ ਉਹ ਵੀ ਆਇਨ ਬਣ ਗਿਆ, ਉਹਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਂਦਾ ਹੈ। ਤੇ ਜਿਹਨੇ ਇਲੈਕਟ੍ਰੋਨ ਗੇਨ ਕੀਤਾ ਉਹ ਵੀ ਆਇਨ ਬਣ ਜਾਂਦਾ ਹੈ, ਉਹਦੇ ਉੱਤੇ ਨੈਗੇਟਿਵ ਚਾਰਜ ਆ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਆਇਨਿਕ ਬੌਂਡ ਬਣਦਾ ਹੈ। ਸੋ ਇਹਦੀ ਡੈਫੀਨੇਸ਼ਨ ਇੱਥੇ ਡਿਸਕਸ ਕਰਾਂਗੇ। ਦ ਬੌਂਡ ਵਿਚ ਇਜ਼ ਫਾਰਮਡ ਬਿਟਵੀਨ ਦ ਐਟਮਸ ਬਾਈ ਦ ਕੰਪਲੀਟ ਟਰਾਂਸਫਰ ਆਫ one or more electrons from one atom to another is called an ionic bond। ਉਹ ਬੌਂਡ ਜਿਹੜਾ ਐਟਮਸ ਦੇ ਵਿਚਕਾਰ ਉਦੋਂ ਬਣਦਾ ਹੈ ਜਦੋਂ ਕਿਸੇ ਇੱਕ ਐਟਮ ਦੇ ਦੁਆਰਾ ਇੱਕ ਜਾਂ ਇੱਕ ਤੋਂ ਵੱਧ ਇਲੈਕਟ੍ਰੋਨਸ ਜਿਹੜੇ ਹੈ ਕਿਸੇ ਦੂਜੇ ਐਟਮ ਨੂੰ ਦਿੱਤੇ ਜਾਂਦੇ ਆ, ਤਾਂ ਉਸ ਸਮੇਂ ਫਿਰ ਆਇਨਿਕ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ। ਫੋਰ ਐਗਜ਼ਾਮਪਲ ਇੱਥੇ ਐਗਜ਼ਾਮਪਲ ਇੱਕ ਲਈ ਗਈ ਹੈ, ਸੋਡੀਅਮ ਜੋ ਹੈ ਸਾਡੇ ਕੋਲ ਅਟੋਮਿਕ ਨੰਬਰ 11 ਹੁੰਦਾ ਇਹਦਾ, ਤੇ ਕਲੋਰੀਨ ਦੇ ਨਾਲ ਇਹਦਾ ਬੌਂਡ ਬਣਦਾ ਹੈ। ਕਲੋਰੀਨ ਦਾ ਅਟੋਮਿਕ ਨੰਬਰ 17 ਹੈ। ਸੋ ਸੋਡੀਅਮ ਦਾ ਅਟੋਮਿਕ ਨੰਬਰ 11 ਹੈ। ਇਸ ਤੋਂ ਜਸਟ ਪਹਿਲਾਂ ਇੱਕ ਨੋਬਲ ਗੈਸ ਹੁੰਦੀ ਹੈ ਸਾਡੇ ਕੋਲ ਨਿਓਨ, ਜਿਹਦਾ ਅਟੋਮਿਕ ਨੰਬਰ 10 ਹੁੰਦਾ ਹੈ। ਸੋ ਇਟ ਮੀਨਸ ਸੋਡੀਅਮ ਜੇਕਰ ਇੱਕ ਇਲੈਕਟ੍ਰੋਨ ਡੋਨੇਟ ਕਰ ਦਿੰਦਾ ਹੈ ਤਾਂ ਫਿਰ ਇਹ ਨੋਬਲ ਗੈਸ ਕਨਫੀਗਰੇਸ਼ਨ ਅਟੇਨ ਕਰ ਸਕਦਾ ਹੈ। ਕਿਉਂਕਿ ਤੁਸੀਂ ਪੜ੍ਹਿਆ ਸੀ ਕਿ ਵਾਈ ਡੂ ਐਟਮਸ ਕੰਬਾਈਨ। ਸੋ ਐਟਮਸ ਸਟੇਬਿਲਿਟੀ ਗੇਨ ਕਰਨ ਦੇ ਲਈ ਹੀ ਕੰਬਾਈਨ ਹੁੰਦੇ ਆਪਸ ਦੇ ਵਿੱਚ। ਜਾਂ ਤਾਂ ਉਹ ਆਪਣੇ ਇਲੈਕਟ੍ਰੋਨ ਲੂਜ਼ ਕਰਦੇ ਆ ਜਾਂ ਇਲੈਕਟ੍ਰੋਨ ਗੇਨ ਕਰਦੇ ਆ, ਤਾਂ ਜੋ ਆਪਾਂ ਕਿਸੇ ਵੀ ਨੋਬਲ ਗੈਸ ਨੀਅਰੈਸਟ ਨੋਬਲ ਗੈਸ ਦੀ ਤਰ੍ਹਾਂ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਅਟੇਨ ਕਰ ਸਕੀਏ, ਜਾਂ ਤਾਂ ਨੋਬਲ ਗੈਸ ਦੀ ਤਰ੍ਹਾਂ, ਜਾਂ ਫਿਰ ਆਪਣਾ ਕੋਈ ਨਾ ਕੋਈ ਆਕਟੈਟ ਕੰਪਲੀਟ ਕਰ ਸਕੀਏ, ਜਾਂ ਆਪਣਾ ਆਰਬਿਟਲ ਕੋਈ ਨਾ ਕੋਈ ਫੁੱਲੀ ਫਿਲਡ ਕਰ ਸਕੀਏ। ਤਾਂ ਉਹਦੇ ਲਈ ਜਿਹੜੇ ਐਲੀਮੈਂਟਸ ਨੇ ਉਹ ਆਪਣੇ ਇਲੈਕਟ੍ਰੋਨਸ ਜਾਂ ਤਾਂ ਕਿਸੇ ਨੂੰ ਡੋਨੇਟ ਕਰਦੇ ਆ ਜਾਂ ਕਿਸੇ ਦੇ ਕੋਲੋਂ ਗੇਨ ਕਰਦੇ ਆ। ਸੋ ਇੱਥੇ ਉਸੇ ਤਰ੍ਹਾਂ ਆ ਲੂਇਸ ਸਿੰਬਲ ਪਾਏ ਹੋਏ ਆ। ਸੋਡੀਅਮ ਦੇ ਉੱਪਰ 1 ਡਾਟ ਮੀਨਸ ਸੋਡੀਅਮ ਦੇ ਆਊਟਰ ਮੋਸਟ ਸ਼ੈੱਲ 'ਚ ਇੱਕ ਇਲੈਕਟ੍ਰੋਨ ਹੈ। ਕਲੋਰੀਨ ਦਾ ਅਟੋਮਿਕ ਨੰਬਰ 17 ਹੈ। ਇਹਦੇ ਜਸਟ ਬਾਅਦ ਇੱਕ ਨੋਬਲ ਗੈਸ ਹੁੰਦੀ ਹੈ ਆਰਗਨ, ਮਤਲਬ ਇਹਨੂੰ ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੈ। ਇੱਕ ਇਲੈਕਟ੍ਰੋਨ ਗੇਨ ਕਰਕੇ ਕਲੋਰੀਨ ਸਟੇਬਲ ਹੋ ਸਕਦੀ ਹੈ। ਇਹਦੇ ਆਊਟਰ ਮੋਸਟ ਸ਼ੈੱਲ 'ਚ 7 ਇਲੈਕਟ੍ਰੋਨ ਹੈ, ਇਹ 7 ਡਾਟਸ ਪਾਏ ਹੋਏ ਹੈ। ਸੋ ਸੋਡੀਅਮ ਆਪਣਾ ਇੱਕ ਇਲੈਕਟ੍ਰੋਨ ਕੰਪਲੀਟਲੀ ਇਹਨੂੰ ਟਰਾਂਸਫਰ ਕਰ ਦਿੰਦਾ ਹੈ। ਇੱਥੇ ਬੇਸ਼ੱਕ ਤੁਸੀਂ ਇਹ ਐਰੋ ਪਾ ਕੇ ਵੀ ਸ਼ੋ ਕਰ ਸਕਦੇ ਆ ਕਿ ਇੱਥੇ ਸੋਡੀਅਮ ਨੇ ਆਪਣਾ ਇੱਕ ਇਲੈਕਟ੍ਰੋਨ ਕੰਪਲੀਟਲੀ ਟਰਾਂਸਫਰ ਕਰ ਦਿੱਤਾ ਕਲੋਰੀਨ ਨੂੰ। ਤੇ ਫਿਰ ਆਹ ਦੇਖੋ ਤੁਸੀਂ ਇਹਨਾਂ ਦੇ ਵਿੱਚ ਇਹਦਾ A ਇਲੈਕਟ੍ਰੋਨ ਤੇ ਇਹਦਾ A ਇਲੈਕਟ੍ਰੋਨ ਇਹ ਆਪਸ 'ਚ ਦੋਨੋਂ ਮਿਲ ਗਏ, ਬੌਂਡ ਬਣ ਗਿਆ ਇੱਕ। ਸੋਡੀਅਮ ਨੇ ਆਪਣਾ ਇਲੈਕਟ੍ਰੋਨ ਇਹਨੂੰ ਦੇ ਦਿੱਤਾ, ਇਹਦੇ ਉੱਤੇ 1 ਪੋਜ਼ਿਟਿਵ ਚਾਰਜ। ਕਲੋਰੀਨ ਨੇ ਇੱਕ ਇਲੈਕਟ੍ਰੋਨ ਲੈ ਲਿਆ, ਇਹਦੇ ਉੱਤੇ 1 ਨੈਗੇਟਿਵ ਚਾਰਜ। ਤੇ ਆ ਜੋ ਬੌਂਡ ਬਣਿਆ ਹੋਇਆ ਇਹਨੂੰ ਸ਼ੋ ਕੀਤਾ ਹੋਇਆ ਇੱਥੇ ਆਇਨਿਕ ਬੌਂਡ। ਔਰ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਆ Na ਬੌਂਡ Cl। ਆ ਬੌਂਡ ਜਿਹੜਾ ਇਹ ਆਇਨਿਕ ਬੌਂਡ ਹੈ, Na ਪੋਜ਼ਿਟਿਵ ਤੇ Cl ਨੈਗੇਟਿਵ। ਸੋ ਇਸ ਤਰ੍ਹਾਂ ਆਇਨਿਕ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ। ਨੋਰਮਲੀ ਉਹ ਐਲੀਮੈਂਟਸ ਜਿਨ੍ਹਾਂ ਦੇ ਆਊਟਰ ਮੋਸਟ ਸ਼ੈੱਲ 'ਚ ਜਾਂ ਤਾਂ ਇੱਕ ਜਾਂ ਫਿਰ ਨੋਰਮਲੀ 2 ਇਲੈਕਟ੍ਰੋਨਸ ਹੋਣ, ਉਹ ਜਿਹੜੇ ਨੇ ਆਇਨਿਕ ਬੌਂਡਸ ਦੀ ਫਾਰਮੇਸ਼ਨ ਕਰ ਸਕਦੇ ਆ। ਉਹ ਕੰਪਲੀਟਲੀ ਆਪਣੇ ਇਲੈਕਟ੍ਰੋਨਸ ਨੂੰ ਟਰਾਂਸਫਰ ਕਰ ਸਕਦੇ ਆ ਕਿਉਂਕਿ ਉਹਨਾਂ ਦੀ ਆਇਓਨਾਈਜੇਸ਼ਨ ਐਂਥੈਲਪੀ ਬੜੀ ਘੱਟ ਹੁੰਦੀ ਹੈ, ਮਤਲਬ ਉਹ ਆਸਾਨੀ ਦੇ ਨਾਲ ਆਪਣੇ ਇਲੈਕਟ੍ਰੋਨਸ ਲੂਜ਼ ਕਰ ਸਕਦੇ ਆ। ਸੋ ਪੀਰੀਓਡਿਕ ਟੇਬਲ ਦੇ ਵਿੱਚ ਇੱਕ ਜਿਹੜਾ ਫਸਟ ਗਰੁੱਪ ਹੈ ਅਲਕਲੀ ਮੈਟਲਸ ਦਾ, ਤੇ ਸੈਕੰਡ ਗਰੁੱਪ ਹੈ ਅਲਕਲਾਈਨ ਅਰਥ ਮੈਟਲਸ, ਜਿਹਦੇ ਵਿੱਚ ਬੈਰੀਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੋਂਸ਼ੀਅਮ, ਬੇਰੀਅਮ, ਰੇਡੀਅਮ ਆਉਂਦੇ ਆ। ਉਹ ਵੀ ਜਿਹੜੇ ਨੇ ਉਹ ਆਇਨਿਕ ਬੌਂਡ ਦੀ ਫਾਰਮੇਸ਼ਨ ਕਰ ਸਕਦੇ ਆ। ਤੇ ਲਿਖਿਆ ਵੀ ਹੋਇਆ ਐਂਡ ਦ ਕੰਪਾਊਂਡਸ ਫਾਰਮਡ ਬਾਈ ਐਨ ਆਇਨਿਕ ਬੌਂਡ ਆਰ ਕਾਲਡ ਆਇਨਿਕ ਕੰਪਾਊਂਡਸ। ਉਹ ਕੰਪਾਊਂਡ ਜਿਹੜੇ ਜਿਨ੍ਹਾਂ ਦੇ ਵਿੱਚ ਆਇਨਿਕ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ ਉਹਨਾਂ ਨੂੰ ਆਇਨਿਕ ਕੰਪਾਊਂਡਸ ਦਾ ਨਾਮ ਦਿੱਤਾ ਜਾਂਦਾ। ਜਿਵੇਂ ਸੋਡੀਅਮ ਕਲੋਰਾਈਡ ਆਇਨਿਕ ਕੰਪਾਊਂਡ ਹੈ, ਮੈਗਨੀਸ਼ੀਅਮ ਕਲੋਰਾਈਡ ਹੋ ਗਿਆ ਸਾਡੇ ਕੋਲ, ਕੈਲਸ਼ੀਅਮ ਕਲੋਰਾਈਡ ਹੋ ਗਿਆ। ਸੋ ਇਹ ਸਾਰੇ ਆਇਨਿਕ ਕੰਪਾਊਂਡ ਨੇ। ਬਟ ਫਸਟ ਗਰੁੱਪ ਦੇ ਵਿੱਚ ਹਾਈਡਰੋਜਨ ਵੀ ਆਉਂਦਾ ਹੈ। ਹਾਈਡਰੋਜਨ ਆਇਨਿਕ ਕੰਪਾਊਂਡ ਨਹੀਂ ਬਣਾਉਂਦਾ ਕਿਉਂਕਿ ਹਾਈਡਰੋਜਨ ਦੇ ਕੋਲ ਸਿਰਫ ਔਰ ਸਿਰਫ ਇੱਕ ਹੀ ਇਲੈਕਟ੍ਰੋਨ ਹੁੰਦਾ ਹੈ ਟੋਟਲ। ਜੇ ਇੱਕ ਇਲੈਕਟ੍ਰੋਨ ਕੰਪਲੀਟਲੀ ਟਰਾਂਸਫਰ ਕਰ ਦਿੰਦਾ ਹਾਈਡਰੋਜਨ ਕਿਸੇ ਦੂਜੇ ਐਲੀਮੈਂਟ ਨੂੰ,
ਤਾਂ ਹਾਈਡਰੋਜਨ ਦੀ ਆਪਣੀ ਐਗਜ਼ਿਸਟੈਂਸ ਖਤਮ ਹੋ ਜਾਂਦੀ ਹੈ। ਸੋ ਜਿਹਦੇ ਕਰਕੇ ਹਾਈਡਰੋਜਨ ਸਿਰਫ ਔਰ ਸਿਰਫ ਆਪਣਾ ਇਲੈਕਟ੍ਰੋਨ ਕਿਸੇ ਦੂਜੇ ਦੇ ਨਾਲ ਸ਼ੇਅਰ ਹੀ ਕਰ ਸਕਦਾ ਹੈ। ਮਤਲਬ ਹਾਈਡਰੋਜਨ ਜਿਹੜਾ ਹੈ ਉਹ ਹਮੇਸ਼ਾ ਕੋਵੈਲੈਂਟ ਬੌਂਡ ਹੀ ਬਣਾਉਂਦਾ ਹੈ, ਆਇਨਿਕ ਬੌਂਡ ਨਹੀਂ ਬਣਾਉਂਦਾ। ਸੋ ਨੈਕਸਟ ਫਿਰ ਇਹਦੇ 'ਚ ਡਿਸਕਸ ਕਰਾਂਗੇ ਜਨਰਲ ਪ੍ਰੋਪਰਟੀਜ਼ ਆਫ ਆਇਨਿਕ ਕੰਪਾਊਂਡਸ। ਸੋ ਆਇਨਿਕ ਬੌਂਡ ਜਿਹਨਾਂ 'ਚ ਬਣਦਾ ਹੈ ਉਹ ਆਇਨਿਕ ਕੰਪਾਊਂਡ ਹੋ ਗਏ, ਅਤੇ ਇਹਨਾਂ ਆਇਨਿਕ ਕੰਪਾਊਂਡਸ ਦੀਆਂ ਹੁਣ ਆਪਾਂ ਪ੍ਰੋਪਰਟੀਜ਼ ਡਿਸਕਸ ਕਰਾਂਗੇ ਕਿ ਕਿਹੋ ਜਿਹੀ ਇਹਨਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ। ਸਭ ਤੋਂ ਪਹਿਲੀ ਪ੍ਰੋਪਰਟੀ ਹੁੰਦੀ ਹੈ ਫਿਜ਼ੀਕਲ ਸਟੇਟ। ਫਿਜ਼ੀਕਲ ਸਟੇਟ ਮਤਲਬ ਕਿਹੋ ਜਿਹੇ ਦਿਖਦੇ ਆ ਇਹ, ਸੋਲਿਡ ਹੁੰਦੇ ਆ, ਲਿਕੁਇਡ ਹੁੰਦੇ ਆ, ਗੈਸ਼ੀਅਸ ਫਾਰਮ 'ਚ ਹੁੰਦੇ ਆ, ਇਹ ਫਿਜ਼ੀਕਲ ਸਟੇਟ ਕਹਿੰਦੇ ਨੇ ਆਪਾਂ ਇਹਨੂੰ। ਸੋ ਇੱਥੇ ਲਿਖਿਆ ਹੋਇਆ ਆਇਨਿਕ ਕੰਪਾਊਂਡਸ ਐਗਜ਼ਿਸਟ ਇਨ ਦਾ ਫਾਰਮ ਆਫ ਕ੍ਰਿਸਟੇਲਾਈਨ ਸੋਲਿਡਸ। ਕ੍ਰਿਸਟੇਲਾਈਨ ਸੋਲਿਡਸ ਉਹ ਸੋਲਿਡਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਐਟਮਸ ਜਾਂ ਮੋਲੀਕਿਊਲਸ ਜਾਂ ਆਇਨਸ ਜਿਹੜੇ ਨੇ ਉਹਨਾਂ ਦਾ ਇੱਕ ਰੈਗੂਲਰ ਅਰੇਂਜਮੈਂਟ ਹੋਵੇ, ਉਹਨਾਂ ਨੂੰ ਕ੍ਰਿਸਟੇਲਾਈਨ ਸੋਲਿਡਸ ਦਾ ਨਾਮ ਦਿੱਤਾ ਜਾਂਦਾ ਹੈ। ਜਿਵੇਂ ਸੋਡੀਅਮ ਕਲੋਰਾਈਡ ਇੱਕ ਕ੍ਰਿਸਟੇਲਾਈਨ ਸੋਲਿਡ ਹੈ, ਇਹਦੀ ਸਟਰਕਚਰ ਵੀ ਇੱਥੇ ਬਣਾਈ ਹੋਈ ਹੈ, ਵੀ ਤੁਹਾਨੂੰ ਦੱਸਦੇ ਹਾਂ। ਵੈਸੇ ਵੀ ਨੋਰਮਲੀ ਇਹਦੇ ਬਾਰੇ ਜਦੋਂ ਆਪਾਂ ਡਿਸਕਸ ਕਰਦੇ ਹਾਂ ਇਹਦੀਆਂ ਪ੍ਰੋਪਰਟੀਜ਼ ਸੋਡੀਅਮ ਕਲੋਰਾਈਡ ਦੀਆਂ, ਤਾਂ ਉਹ ਆਉਂਦਾ ਸਾਡੇ ਕੋਲ। ਇਹ ਅੱਗੇ ਜਾ ਕੇ ਹਾਇਰ ਕਲਾਸਿਸ ਦੇ ਵਿੱਚ ਵੀ ਇਹਦੀਆਂ ਪ੍ਰੋਪਰਟੀਜ਼ ਆਉਣਗੀਆਂ ਤੁਹਾਨੂੰ ਸੋਡੀਅਮ ਕਲੋਰਾਈਡ ਦੀਆਂ। +1 'ਚ ਵੀ ਤੁਹਾਡਾ ਟੌਪਿਕ ਹੈ ਸੋਡੀਅਮ ਕਲੋਰਾਈਡ ਦੇ ਬਾਰੇ, ਥੋੜ੍ਹਾ ਜਿਹਾ ਚੈਪਟਰ ਹੈ ਇੱਕ ਤੁਹਾਡਾ ਐਸ ਬਲੋਕ ਐਲੀਮੈਂਟਸ ਦਾ, ਉਹਦੇ ਵਿੱਚ ਤੁਸੀਂ ਸੋਡੀਅਮ ਕਲੋਰਾਈਡ ਦੀਆਂ ਪ੍ਰੋਪਰਟੀਜ਼ ਡਿਸਕਸ ਕਰੋਗੇ ਕਿ ਇਹ ਕ੍ਰਿਸਟੇਲਾਈਨ ਸੋਲਿਡ ਹੁੰਦਾ। ਕ੍ਰਿਸਟੇਲਾਈਨ ਸੋਲਿਡ ਮਤਲਬ ਜਿਹਦੇ ਵਿੱਚ ਰੈਗੂਲਰ ਅਰੇਂਜਮੈਂਟ ਹੋਵੇ ਸਬਸਟੈਂਸਸ ਦਾ ਜਾਂ ਪਾਰਟੀਕਲਸ ਦਾ। ਦੇ ਕੈਨ ਨਾਟ ਐਗਜ਼ਿਸਟ ਇੰਡੀਪੈਂਡੈਂਟਲੀ ਬਟ ਦੇ ਐਗਜ਼ਿਸਟ ਇਨ ਦਾ ਫਾਰਮ ਆਫ ਆਇਨਸ। ਕਹਿੰਦੇ ਜਿਹੜੇ ਆਇਨਿਕ ਕੰਪਾਊਂਡ ਹੁੰਦੇ ਆ ਇਹ ਇੰਡੀਪੈਂਡੈਂਟਲੀ ਮਤਲਬ ਇਕੱਲੇ ਇਕੱਲੇ ਐਗਜ਼ਿਸਟ ਨਹੀਂ ਕਰਦੇ, ਇਹ ਆਇਨਸ ਦੀ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਆ, ਮਤਲਬ ਹਮੇਸ਼ਾ ਹੀ ਇਹਨਾਂ ਦੇ ਉੱਤੇ ਕੋਈ ਨਾ ਕੋਈ ਚਾਰਜ ਹੁੰਦਾ ਹੈ। ਐਂਡ ਦੇ ਆਰ ਹੈਵਿੰਗ ਡੈਫੀਨੇਟ ਜਿਓਮੈਟਰੀਜ਼, ਅਤੇ ਇਹਨਾਂ ਦੀ ਜਿਹੜੀ ਸਟਰਕਚਰ ਹੈ ਉਹ ਬਿਲਕੁਲ ਡੈਫੀਨੇਟ ਹੁੰਦੀ ਹੈ। ਜਿਵੇਂ ਤੁਹਾਨੂੰ ਮੈਂ ਦੱਸਿਆ ਇੱਕ ਰੈਗੂਲਰ ਅਰੇਂਜਮੈਂਟ ਹੁੰਦਾ ਹੈ ਪਾਰਟੀਕਲਸ ਦਾ, ਕਿ ਇੱਕ ਪੋਜ਼ਿਟਿਵਲੀ ਚਾਰਜਡ ਆਇਨ, ਫਿਰ ਇੱਕ ਨੈਗੇਟਿਵਲੀ, ਫਿਰ ਪੋਜ਼ਿਟਿਵਲੀ, ਫਿਰ ਨੈਗੇਟਿਵਲੀ, ਫਿਰ ਪੋਜ਼ਿਟਿਵਲੀ, ਨੈਗੇਟਿਵਲੀ, ਫਿਰ ਜਿੱਥੇ ਪੋਜ਼ਿਟਿਵ ਹੈ ਉਹਦੇ ਨੀਚੇ ਵੀ ਨੈਗੇਟਿਵ, ਨੈਗੇਟਿਵ ਦੇ ਨੀਚੇ ਪੋਜ਼ਿਟਿਵ, ਸੋ ਇੱਥੇ ਪੋਜ਼ਿਟਿਵ ਹੈ ਉੱਪਰ ਨੈਗੇਟਿਵ, ਮਤਲਬ ਇਸ ਤਰ੍ਹਾਂ ਇੱਕ ਰੈਗੂਲਰ ਅਰੇਂਜਮੈਂਟ ਹੁੰਦਾ ਇਹਨਾਂ ਦੇ ਵਿੱਚ ਪਾਰਟੀਕਲਸ ਦਾ। ਫੋਰ ਐਗਜ਼ਾਮਪਲ ਇਨ NaCl each sodium ion is surrounded by 6 chloride ions whereas each chloride ion is surrounded by 6 sodium ions। ਸੋ ਆ ਇੱਕ ਸਟਰਕਚਰ ਬਣੀ ਹੋਈ ਹੈ ਸੋਡੀਅਮ ਕਲੋਰਾਈਡ ਦੀ, ਬੁੱਕ 'ਚ ਵੀ ਦੇਖ ਸਕਦੇ ਹੋ ਤੁਸੀਂ, ਬੁੱਕ 'ਚ ਵੀ ਬਣੀ ਹੋਏਗੀ ਇਹ। ਅਤੇ ਇਹ ਇੱਥੇ ਸਟਰਕਚਰ ਬਣਾਈ ਹੋਈ ਹੈ ਇੱਕ ਕਿਊਬਿਕ ਸਟਰਕਚਰ ਜਿਵੇਂ ਹੁੰਦੀ ਹੈ, ਜਿਵੇਂ ਤੁਸੀਂ ਕਹਿ ਲਓ ਵੀ ਜਿਵੇਂ ਚੌਕ ਦਾ ਡੱਬਾ ਹੁੰਦਾ ਹੈ ਸਾਡੇ ਕੋਲ ਜਾਂ ਬਾਕਸ ਹੁੰਦਾ ਹੈ ਜਿਹੜਾ, ਉਹ ਬਾਕਸ ਦੀ ਤਰ੍ਹਾਂ ਹੁੰਦੀ ਹੈ ਇਹ। ਇੱਥੇ ਲਿਖਿਆ ਹੋਇਆ Cl ਨੈਗੇਟਿਵ ਆਇਨਸ, ਇਹਨਾਂ ਨੂੰ ਹੋਲ ਦੇ ਨਾਲ ਰੀਪ੍ਰਜੈਂਟ ਕੀਤਾ ਹੋਇਆ, ਅਤੇ ਸੋਡੀਅਮ 1 ਪੋਜ਼ਿਟਿਵ ਆਇਨਸ ਨੂੰ ਡਾਟ ਦੇ ਨਾਲ। ਮਤਲਬ ਆ ਜਿੱਥੇ ਜਿੱਥੇ ਤੁਹਾਨੂੰ ਡਾਟ ਦਿਖ ਰਹੇ ਹੈ ਇਹ ਸੋਡੀਅਮ ਆਇਨਸ ਨੇ, ਆ ਸਾਰੇ ਦੇ ਸਾਰੇ ਆ ਸੋਡੀਅਮ ਆਇਨਸ, ਅਤੇ ਜਿੱਥੇ ਆਹ ਸਾਡੇ ਕੋਲ ਹੋਲ ਦਿਖ ਰਹੇ ਆ ਤੁਹਾਨੂੰ ਇਹ ਸਰਕੂਲਰ, ਇਹ ਕਲੋਰਾਈਡ ਆਇਨਸ ਨੇ। ਅਤੇ ਤੁਸੀਂ ਦੇਖ ਸਕਦੇ ਹੋ ਕਿ ਰੈਗੂਲਰ ਅਰੇਂਜਮੈਂਟ ਕਿਵੇਂ ਹੈ, ਇੱਕ ਕਲੋਰਾਈਡ ਆਇਨ, ਸੋਡੀਅਮ, ਕਲੋਰਾਈਡ, ਸੋਡੀਅਮ, ਕਲੋਰਾਈਡ, ਸੋਡੀਅਮ, ਕਲੋਰਾਈਡ, ਸੋਡੀਅਮ, ਕਲੋਰਾਈਡ, ਸੋਡੀਅਮ, ਕਲੋਰਾਈਡ, ਸੋਡੀਅਮ। ਇਸੇ ਤਰ੍ਹਾਂ ਇੱਧਰ ਵੀ ਸੋਡੀਅਮ, ਕਲੋਰਾਈਡ, ਸੋਡੀਅਮ, ਇੱਥੇ ਵੀ ਕਲੋਰਾਈਡ, ਸੋਡੀਅਮ, ਕਲੋਰਾਈਡ, ਇੱਥੇ ਵੀ ਕਲੋਰਾਈਡ, ਸੋਡੀਅਮ, ਕਲੋਰਾਈਡ। ਮਤਲਬ ਤੁਸੀਂ ਦੇਖ ਸਕਦੇ ਆ ਰੈਗੂਲਰ ਅਰੇਂਜਮੈਂਟ, ਕਿ ਜਿੱਥੇ ਇੱਕ ਪੋਜ਼ਿਟਿਵਲੀ ਚਾਰਜ ਸਬਸਟੈਂਸ ਹੈ ਉਹਦੇ ਨਾਲ ਨੈਗੇਟਿਵਲੀ ਚਾਰਜ ਸਬਸਟੈਂਸ ਹੋਊਗੀ, ਦੋ ਪੋਜ਼ਿਟਿਵ ਕਿਤੇ ਇਕੱਠੇ ਨਹੀਂ ਹੈ ਅਤੇ ਦੋ ਨੈਗੇਟਿਵ ਕਿਤੇ ਇਕੱਠੇ ਨਹੀਂ ਹੈ। ਸੋ ਇਹੋ ਜਿਹੇ ਸੋਲਿਡਸ ਨੂੰ ਆਪਾਂ ਕ੍ਰਿਸਟੇਲਾਈਨ ਸੋਲਿਡਸ ਦਾ ਨਾਮ ਦਿੰਦੇ ਆ। ਇਹ ਵੀ ਇੱਕ ਆਇਨਿਕ ਕੰਪਾਊਂਡ ਹੈ ਸਾਡੇ ਕੋਲ। ਇਹ +2 'ਚ ਜਾ ਕੇ ਵੀ ਤੁਸੀਂ ਇਹਦੇ ਬਾਰੇ ਸੋਡੀਅਮ ਕਲੋਰਾਈਡ ਦੀ ਸਟਰਕਚਰ ਦੇ ਬਾਰੇ ਡਿਸਕਸ ਕਰੋਗੇ। ਇੱਥੇ +1 'ਚ ਸਿਰਫ ਆ ਸ਼ੇਪ ਦੱਸੀ ਹੋਈ ਹੈ, ਨੈਕਸਟ ਇਹਦੀਆਂ ਪ੍ਰੋਪਰਟੀਜ਼ ਜੋ ਨੇ ਸਾਰੀਆਂ ਉਹ +2 'ਚ ਸਭ ਤੋਂ ਪਹਿਲਾ ਹੀ ਚੈਪਟਰ ਹੈ ਸੋਲਿਡ ਸਟੇਟ ਦਾ, ਉਹਦੇ ਵਿੱਚ ਆਉਂਦੀਆਂ ਨੇ ਸਾਰੀਆਂ ਪ੍ਰੋਪਰਟੀਜ਼। ਸੋ ਇਹ ਫਸਟ ਪ੍ਰੋਪਰਟੀ ਹੋਗੀ ਸਾਡੇ ਕੋਲ ਆਇਨਿਕ ਕੰਪਾਊਂਡਸ ਦੀ ਫਿਜ਼ੀਕਲ ਸਟੇਟ। ਅਤੇ ਨੈਕਸਟ ਸਾਡੇ ਕੋਲ ਅਗਲੀ ਪ੍ਰੋਪਰਟੀ ਹੈ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟਸ। ਜਿਹੜੇ ਆਇਨਿਕ ਕੰਪਾਊਂਡ ਹੁੰਦੇ ਆ ਕਿਉਂਕਿ ਉਹਨਾਂ ਦੇ ਵਿੱਚ ਰੈਗੂਲਰ ਅਰੇਂਜਮੈਂਟ ਹੁੰਦਾ ਪਾਰਟੀਕਲਸ ਦਾ, ਉਹ ਬਿਲਕੁਲ ਆਪਸ 'ਚ ਇੱਕ ਦੂਜੇ ਦੇ ਨਾਲ ਸਟਰੋਂਗ ਅਟਰੈਕਟਿਵ ਫੋਰਸਿਸ ਦੇ ਨਾਲ ਜੁੜੇ ਹੁੰਦੇ ਆ, ਜਿਸ ਕਰਕੇ ਉਹਨਾਂ ਦਾ ਮੈਲਟਿੰਗ ਪੁਆਇੰਟ ਵੀ ਅਤੇ ਬੋਇਲਿੰਗ ਪੁਆਇੰਟ ਵੀ ਦੋਨੋਂ ਸਟਰੋਂਗ ਹੁੰਦੇ ਆ। The ionic compounds have high melting and boiling points because the ions of ionic compounds are attached to each other by strong intermolecular forces। ਕਹਿੰਦੇ ਜਿਹੜੇ ਆਇਨਿਕ ਕੰਪਾਊਂਡਸ ਨੇ ਇਹਨਾਂ ਦੇ ਮੈਲਟਿੰਗ ਪੁਆਇੰਟ ਵੀ ਅਤੇ ਬੋਇਲਿੰਗ ਪੁਆਇੰਟ ਵੀ ਬਹੁਤ ਜ਼ਿਆਦਾ ਹਾਈ ਹੁੰਦੇ ਆ, ਕਿਉਂਕਿ ਇਹ ਆਪਸ ਦੇ ਵਿੱਚ ਇਹਨਾਂ ਦੇ ਜਿਹੜੇ ਆਇਨਸ ਨੇ ਉਹ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ ਦੇ ਦੁਆਰਾ ਅਟੈਚ ਹੋਏ ਹੋਏ ਹੁੰਦੇ ਆ। ਸੋ ਇਟ ਇਜ਼ ਵੈਰੀ ਡਿਫੀਕਲਟ ਟੂ ਬ੍ਰੇਕ ਦੇਅਰ ਬੌਂਡਸ।
इस करके इन्हां दे बॉन्ड्स नूं ब्रेक करना बहुत डिफिकल्ट हो जाता है। सो नैक्सट है सॉलेबिलिटी, घुलनशीलता। हुण आपां देख सकते हैं नमक की एग्जाम्पल लिए इत्थे सोडियम क्लोराइड नमक हुंदा है। क्या नमक पानी दे विच घुल जाता है? आपां देख सकते हैं बिल्कुल तुसीं पानी दे विच नमक पाओ, चम्मच लैके इस तरह हिलाओ तो आपां देखते हैं कि नॉर्मल च पानी च यह सॉलेबल हुंदा है। सो जिन्ने भी आयनिक कंपाउंड्स हुंदे ने सारे दे सारे पानी दे विच घुलनशील हुंदे आ। सो लिखिया होया द आयनिक कंपाउंड्स आर जनरली सॉलेबल इन वाटर एंड अदर पोलर सॉल्वेंट्स। पोलर वो हुंदे आ सॉल्वेंट्स जिन्हां दे विच इलैक्ट्रोनैगेटिविटी दा डिफरेंस होवे। मतलब कोई एक कंपाउंड है ਉਹਦੇ ਵਿੱਚ एक ਇਲੈਕਟ੍ਰੋਨੈਗੇਟਿਵ ਐਲੀਮੈਂਟ है तो दूजा ਇਲੈਕਟ੍ਰੋ ਪੋਜ਼ਿਟਿਵ ਹੋਵੇ ਤਾਂ ਇਹੋ ਜਿਹੇ ਜਿਹੜੇ ਕੰਪਾਊਂਡਸ ਬਣਦੇ ਉਹਨਾਂ ਨੂੰ ਪੋਲਰ ਕੰਪਾਊਂਡ ਕਹਿੰਦੇ ਆ, ਮਤਲਬ ਜਿਨ੍ਹਾਂ 'ਚ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਹੈ। ਸੋ ਇਹੋ ਜਿਹੇ ਕੰਪਾਊਂਡਸ, ਵਾਟਰ ਵੀ ਪੋਲਰ ਮੋਲੀਕਿਊਲ ਹੈ ਕਿਉਂਕਿ ਵਾਟਰ ਜਿਹੜਾ ਹੈ ਫਾਰਮੂਲਾ ਹੁੰਦਾ ਇਹਦਾ H2O। ਇਸ ਤਰ੍ਹਾਂ ਹਾਈਡਰੋਜਨ ਜੋ ਹੈ ਉਹ ਇਲੈਕਟ੍ਰੋ ਪੋਜ਼ਿਟਿਵ ਹੈ ਕਿਉਂਕਿ ਹਾਈਡਰੋਜਨ ਜਿਹੜਾ ਹੈ ਉਹ ਇਲੈਕਟ੍ਰੋਨ ਗੇਨ ਕਰਨ ਦੀ ਸਮਰੱਥਾ ਬਿਲਕੁਲ ਨਹੀਂ ਹਾਈਡਰੋਜਨ ਦੀ ਸ਼ੇਅਰ ਕਰ ਸਕਦਾ, ਮਤਲਬ ਇਲੈਕਟ੍ਰੋ ਪੋਜ਼ਿਟਿਵ। ਆਕਸੀਜਨ ਇਲੈਕਟ੍ਰੋਨੈਗੇਟਿਵ ਐਲੀਮੈਂਟ है, तुसीं पढ़िया कि जिवें लैफ्ट टू राइट जाने इलैक्ट्रोनैगेटिविटी वधदी जाती है। सो ऑक्सीजन इलैक्ट्रोनैगेटिव है, हाइड्रोजन इलैक्ट्रो पॉजिटिव, मतलब ये पोलर कंपाउंड है। इस तरह के होर भी कंपाउंड्स जिन्हां दे विच इलैक्ट्रोनैगेटिविटी का डिफरेंस होवे वो पोलर कंपाउंड्स हुंदे आ। सो पोलर सॉल्वेंट्स दे विच ते वाटर दे विच जिहड़े आयनिक कंपाउंड्स ने ये सॉलेबल हुंदे आ, बट दे आर इनसॉलेबल इन नॉन पोलर सॉल्वेंट्स। बट दूजे पासे जिहड़े नॉन पोलर सॉल्वेंट है, नॉन पोलर जिन्हां 'च इलैक्ट्रोनैगेटिविटी का बिल्कुल डिफरेंस है नहीं, जिवें हाइड्रोजन, O2, F2, Cl2, ये सारे दे सारे ये नॉन पोलर कंपाउंड्स ने सारे ये। सो या फिर मीथेन हो गया मॉलीक्यूल, कार्बन तो हाइड्रोजन च भी इलैक्ट्रोनैगेटिविटी का बहुत घट डिफरेंस होंदा, ये भी नॉन पोलर है। ये अगे जाके वैसे तुसीं डिस्कस करने सारे टॉपिक ये। सो नॉन पोलर सॉल्वेंट्स दे विच ये इनसॉलेबल ते पोलर सॉल्वेंट्स दे विच ये सॉलेबल हुंदा है। नैक्सट इलैक्ट्रीकल कंडक्टिविटी। सो नॉर्मल च ये चीज़ पहला भी कदे ना कदे तुसीं पढ़ी होएगी जरूर लोअर क्लासेस दे विच कि जिहड़ा प्योर वाटर है, डिस्टिल्ड वाटर है जिहड़ा वो इलैक्ट्रिसिटी का बैड कंडक्टर हुंदा है। बट जेकर डिस्टिल्ड वाटर दे विच थोड़ा जिहा नमक पा दिंदे आपां तां फिर वो जिहड़ा वाटर है वो इलैक्ट्रिसिटी का गुड कंडक्टर हो जाता है। मीनस जिहड़े आयनिक कंपाउंड्स ने जदों ये लिक्विड स्टेट दे विच होण जां मोल्टन स्टेट दे विच होण, मोल्टन मतलब पिघली हुई स्टेट दे विच, तो उस समय ये इलैक्ट्रिसिटी के गुड कंडक्टर होंगे। क्यों गुड कंडक्टर होंगे ये? क्योंकि उस समय ये आयन्स दे विच कन्वर्ट हो जाते हैं। पॉजिटिव तो नैगेटिवली चार्जड आयन्स जिहड़े आ वो सैपरेट हो जाते हैं तो लिक्विड स्टेट दे विच जिहड़ी इलैक्ट्रिसिटी कंडक्ट की जा सकती है वो आयन्स जिहड़े ने उन्हां दी फॉर्म दे विच ही इलैक्ट्रिसिटी कंडक्ट हो सकती है, जां आयन्स जिहड़े ने वो इलैक्ट्रिक करंट नूं कैरी करके ले जाते हैं। बट सॉलिड सबसटेंस जिहड़ी है जेकर तो वो आयन्स दे विच कन्वर्ट हो सकती होवे ਤਾਂ ਉਹ ਇਲੈਕਟ੍ਰਿਸਿਟੀ ਦੀ ਕੰਡਕਟਰ ਹੋ ਸਕਦੀ ਹੈ, ਅਦਰਵਾਈਜ਼ ਨਹੀਂ। ਮਤਲਬ ਇਹ ਜਿਹੜਾ ਹੈ ਸੋਡੀਅਮ ਕਲੋਰਾਈਡ ਜਿਵੇਂ ਹੈ ਸੋਲਿਡ ਸਟੇਟ ਦੇ ਵਿੱਚ ਜਦੋਂ ਵੀ ਨਮਕ ਹੈਗਾ ਉਹ ਇਲੈਕਟ੍ਰਿਸਿਟੀ ਦਾ ਬੈਡ ਕੰਡਕਟਰ ਹੈ, ਜਾਂ ਹੋਰ ਵੀ ਜਿੰਨੇ ਆਇਨਿਕ ਕੰਪਾਊਂਡ ਹੈ। ਬਟ ਜਦੋਂ ਉਹ ਲਿਕੁਇਡ ਸਟੇਟ 'ਚ ਕਨਵਰਟ ਹੋ ਗਏ ਜਾਂ ਮੋਲਟਨ ਸਟੇਟ ਦੇ ਵਿੱਚ, ਮਤਲਬ ਪਿਘਲੀ ਹੋਈ ਸਟੇਟ ਦੇ ਵਿੱਚ, ਉਸ ਸਮੇਂ ਉਹ ਇਲੈਕਟ੍ਰਿਸਿਟੀ ਦੇ ਗੁੱਡ ਕੰਡਕਟਰਸ ਨੇ। ਲਿਖਿਆ ਹੋਇਆ ਦ ਆਇਨਿਕ ਕੰਪਾਊਂਡਸ ਆਰ ਗੁੱਡ ਕੰਡਕਟਰਸ ਆਫ ਇਲੈਕਟ੍ਰਿਸਿਟੀ ਇਨ ਦ ਮੋਲਟਨ ਸਟੇਟ ਔਰ ਇਨ ਦ ਫॉर्म ऑफ देयर एक्वस सल्यूशंस। एक्वस मतलब जिन्हां च पानी होवे, बिकॉज दे फॉर्म आयन्स इन द सल्यूशन, क्योंकि उस समय वो आयन्स बना लेंदे आ। जदों तक उन्हां दे आयन्स नहीं बनते किसी भी सॉलिड सबसटेंस दे उदों तक वो इलैक्ट्रिसिटी कंडक्ट नहीं करती। जिहड़े सॉलिड कंडक्टर्स ने उन्हां दे विच इलैक्ट्रॉन्स जिहड़े है वो करंट कैरी करके लिजा सकते हैं। सो नमक जिहड़ा है इहदे विच इलैक्ट्रॉन्स फ्रीली मूव नहीं कर सकते क्योंकि तुसीं पढ़िया कि इहदी रैगूलर अरेंजमेंट हुंदा है। सो ये जो है आपस स्ट्रोंग अट्रैक्टिव फोर्सिस होंदियां ने, कोई वेकेंट स्पेस नहीं होंदी। सो जदों तक ये आयन्स की फॉर्म च कन्वर्ट नहीं होंदा उदों तक ये इलैक्ट्रिसिटी नहीं कंडक्ट कर सकता। सो अज दे लई तुहाडा इन्ना ही टॉपिक सही है। नैक्सट टॉपिक आपां तुहाडा नैक्सट वीडियो दे विच डिस्कस करांगे। थैंक यू।